ਹੈਲੋ ਸਟੂਡੈਂਟਸ, ਅੱਜ ਦਾ ਟੌਪਿਕ ਹੈ ਗ੍ਰੋਸ ਇੰਟਰਸਟ ਐਂਡ ਨੈਟ ਇੰਟਰਸਟ। ਇੰਟਰਸਟ ਦੇ ਬਾਰੇ 'ਚ ਦੋ ਕਨਸੈਪਟਸ ਪਾਈਆਂ ਜਾਂਦੀਆਂ, ਗ੍ਰੋਸ ਇੰਟਰਸਟ ਐਂਡ ਨੈਟ ਇੰਟਰਸਟ। ਕੁੱਲ ਵਿਆਜ ਤੇ ਸ਼ੁੱਧ ਵਿਆਜ। ਗ੍ਰੋਸ ਇੰਟਰਸਟ ਹੈ ਕੁੱਲ ਵਿਆਜ ਤੇ ਹੈ ਸ਼ੁੱਧ ਵਿਆਜ। ਤਾਂ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਉਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਗ੍ਰੋਸ ਇੰਟਰਸਟ ਕੀ ਹੁੰਦਾ, ਨੈਟ ਇੰਟਰਸਟ ਕੀ ਹੁੰਦਾ। ਨੈਟ ਇੰਟਰਸਟ ਹੈ ਜਿਹੜਾ ਇਹ ਹੁੰਦਾ, ਨੈਟ ਇੰਟਰਸਟ ਇਜ਼ ਅ ਪੇਮੈਂਟ ਫਾਰ ਦਾ ਯੂਜ਼ ਆਫ ਕੈਪੀਟਲ। ਕੈਪੀਟਲ ਨੂੰ ਪ੍ਰਯੋਗ ਕਰਨ ਦੇ ਬਦਲੇ ਜਿਹੜੀ ਪੇਮੈਂਟ ਕਰਨੀ ਪੈਂਦੀ ਹੈ ਉਸ ਨੂੰ ਨੈਟ ਇੰਟਰਸਟ ਕਿਹਾ ਜਾਂਦਾ ਹੈ। ਜਾਂ ਮੁਦਰਾ ਦੀ ਸੇਵਾ ਦੇ ਬਦਲੇ ਜਾਂ ਮੁਦਰਾ ਦੀਆਂ ਸੇਵਾਵਾਂ ਨੂੰ ਪ੍ਰਯੋਗ ਕਰਨ ਦੇ ਬਦਲੇ ਜਿਹੜੀ ਕੀਮਤ ਚੁਕਾਉਣੀ ਪੈਂਦੀ ਹੈ ਉਸ ਨੂੰ ਨੈਟ ਇੰਟਰਸਟ ਕਿਹਾ ਜਾਂਦਾ। ਤਾਂ ਗ੍ਰੋਸ ਇੰਟਰਸਟ ਹੈ ਜਿਹੜਾ ਇਹਦੇ 'ਚ ਨੈਟ ਇੰਟਰਸਟ ਸ਼ਾਮਿਲ ਹੁੰਦਾ। ਨੈਟ ਇੰਟਰਸਟ ਤੁਸੀਂ ਪੜ੍ਹ ਲਿਆ ਕੀ ਹੁੰਦਾ। ਨੈਟ ਇੰਟਰਸਟ ਮਤਲਬ ਮੁਦਰਾ ਦੀਆਂ ਸੇਵਾਵਾਂ ਪ੍ਰਯੋਗ ਕਰਨ ਦੇ ਬਦਲੇ ਜਿਹੜੀ ਕੀਮਤ ਚੁਕਾਉਣੀ ਪੈਂਦੀ ਹੈ ਉਸ ਨੂੰ ਨੈਟ ਇੰਟਰਸਟ ਕਿਹਾ ਜਾਂਦਾ। ਦੂਜਾ ਕੰਪੋਨੈਂਟ ਹੈ ਗ੍ਰੋਸ ਇੰਟਰਸਟ ਦਾ, ਰਿਵਾਰਡ ਫਾਰ ਰਿਸਕ। ਤਾਂ ਜਿਹਨੇ ਪੈਸੇ ਉਧਾਰ ਦਿੱਤੇ ਹੁੰਦੇ ਆ ਉਸ ਨੂੰ ਇਹ ਰਿਸਕ ਹੁੰਦਾ ਕਿ ਪਤਾ ਨਹੀਂ ਉਹਦੇ ਪੈਸੇ ਵਾਪਸ ਆਉਣਗੇ ਜਾਂ ਨਹੀਂ ਆਉਣਗੇ। ਤਾਂ ਜਿੰਨਾ ਕੁ ਉਹਨੂੰ ਰਿਸਕ ਹੁੰਦਾ ਜਾਂ ਜਿੰਨਾ ਕੁ ਜੋਖਮ ਉਹਨੂੰ ਉਠਾਉਣਾ ਪੈਂਦਾ ਉਹਦੇ ਬਦਲੇ ਉਹ ਕੁਝ ਰਾਸ਼ੀ ਹੈ ਜਿਹੜੀ ਉਹ ਵਿਆਜ ਦੇ ਵਿੱਚ ਸ਼ਾਮਿਲ ਕਰ ਦਿੰਦਾ। ਤਾਂ ਇਹ ਰਿਸਕ ਹੈ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ, ਬਿਜ਼ਨਸ ਰਿਸਕ ਅਤੇ ਪਰਸਨਲ ਰਿਸਕ। ਬਿਜ਼ਨਸ ਰਿਸਕ ਉਹ ਰਿਸਕ ਹੁੰਦਾ ਜਦੋਂ ਇੱਕ ਵਿਅਕਤੀ ਹੈ ਜਿਹੜਾ ਜਿਹਨੇ ਪੈਸੇ ਉਧਾਰ ਲਏ ਆ ਉਹਦੇ ਬਿਜ਼ਨਸ ਦੇ ਵਿੱਚ ਕੋਈ ਘਾਟਾ ਪੈ ਜੇ, ਇਸ ਕਰਕੇ ਉਹ ਪੈਸੇ ਵਾਪਸ ਕਰਨੇ ਉਹਦੇ ਵਾਸਤੇ ਔਖੇ ਹੋ ਜਾਂਦੇ ਆ, ਪੈਸੇ ਵਾਪਸ ਨਹੀਂ ਕਰ ਸਕਦਾ, ਤਾਂ ਉਦੋਂ ਇਹ ਬਿਜ਼ਨਸ ਰਿਸਕ ਹੁੰਦਾ। ਦੂਜਾ ਰਿਸਕ ਹੈ ਪਰਸਨਲ ਰਿਸਕ। ਪਰਸਨਲ ਰਿਸਕ ਉਦੋਂ ਹੁੰਦਾ ਜਦੋਂ ਇੱਕ ਵਿਅਕਤੀ ਦੀ ਸਥਿਤੀ ਚੰਗੀ ਹੁੰਦੀ ਹੈ, ਉਹਦਾ ਬਿਜ਼ਨਸ ਵਧੀਆ ਚੱਲ ਰਿਹਾ ਹੁੰਦਾ ਪਰ ਫਿਰ ਵੀ ਉਹ ਪੈਸਾ ਦੇਣ ਤੋਂ ਮੁੱਕਰ ਜੇ, ਤਾਂ ਇਸ ਤਰ੍ਹਾਂ ਦੀ ਸਥਿਤੀ ਵੀ ਆ ਸਕਦੀ ਹੈ। ਤਾਂ ਇਹਨਾਂ ਦੋਨਾਂ ਸਥਿਤੀਆਂ ਤੋਂ ਬਚਣ ਵਾਸਤੇ ਜਾਂ ਦੋਨਾਂ ਸਥਿਤੀਆਂ ਨੂੰ ਦੇ ਵਾਸਤੇ ਇਹ ਕੀ ਕਰਦਾ ਵਿਅਕਤੀ ਜਿਹਨੇ ਪੈਸੇ ਉਧਾਰ ਦਿੱਤੇ ਹੁੰਦੇ ਆ ਤਾਂ ਉਹ ਵਿਆਜ ਦੇ ਨਾਲ ਨਾਲ ਨੈਟ ਇੰਟਰਸਟ ਦੇ ਨਾਲ ਨਾਲ ਇਹਦੀ ਰਾਸ਼ੀ ਨੂੰ ਵੀ ਸ਼ਾਮਿਲ ਕਰ ਦਿੰਦਾ ਜਿੰਨਾ ਕੁ ਉਹਨੂੰ ਰਿਸਕ ਲੱਗਦਾ ਵੀ ਇੰਨਾ ਰਿਸਕ ਉਹਨੂੰ ਹੋਊਗਾ। ਅਗਲਾ ਹੈਗਾ ਰਿਵਾਰਡ ਫਾਰ ਮੈਨੇਜਮੈਂਟ। ਜਿਹਨੇ ਪੈਸੇ ਉਧਾਰ ਦਿੱਤੇ ਹੁੰਦੇ ਆ ਉਹਨੂੰ ਪੈਸੇ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਵੀ ਕਿਹਨੂੰ ਕਿੰਨੇ ਪੈਸੇ ਦਿੱਤੇ ਆ, ਕਿੰਨੇ ਇੰਟਰਸਟ ਰੇਟ ਦੇ ਉੱਤੇ ਦਿੱਤੇ ਆ, ਇਸ ਤਰ੍ਹਾਂ ਦੀ ਹਿਸਾਬ ਕਿਤਾਬ ਰੱਖਣ ਵਾਸਤੇ ਕੋਈ ਵਿਅਕਤੀ ਰੱਖਣਾ ਪੈ ਸਕਦਾ ਜਾਂ ਕੋਈ ਕਾਨੂੰਨੀ ਕਾਰਵਾਈ ਕਰਨੀ ਪੈ ਸਕਦੀ ਹੈ। ਜੇ ਕੋਈ ਵਿਅਕਤੀ ਪੈਸੇ ਨਹੀਂ ਮੋੜਦਾ ਤਾਂ ਉਹਨਾਂ ਵਾਸਤੇ ਇਹਨੂੰ ਹੈ ਜਿਹੜਾ ਮੈਨੇਜਮੈਂਟ ਦੇ ਉੱਤੇ ਵੀ ਖਰਚਾ ਕਰਨਾ ਪੈਂਦਾ। ਤਾਂ ਇਸ ਮੈਨੇਜਮੈਂਟ ਦਾ ਖਰਚਾ ਜਿਹੜਾ ਉਸ ਨੂੰ ਇੰਟਰਸਟ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ। ਗ੍ਰੋਸ ਇੰਟਰਸਟ ਇਸ ਨੂੰ ਕਿਹਾ ਜਾਂਦਾ। ਫਿਰ ਹੈਗਾ ਰਿਵਾਰਡ ਫਾਰ ਇਨਕਨਵੀਨੀਅੰਸ। ਕਈ ਵਾਰੀ ਵਿਅਕਤੀ ਹੈ ਜਿਹੜੇ ਉਹਨਾਂ ਨੂੰ ਅਸੁਵਿਧਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਕਿ ਜਦੋਂ ਉਹਨੂੰ ਪੈਸੇ ਦੀ ਲੋੜ ਹੈ ਉਸ ਵੇਲੇ ਪੈਸਾ ਵਾਪਸ ਨਾ ਆਵੇ, ਇਹ ਉਹਨੂੰ ਅਸੁਵਿਧਾ ਹੋ ਸਕਦੀ ਹੈ। ਜਾਂ ਪੈਸੇ ਜਿਹੜੇ ਕਿਸ਼ਤਾਂ ਦੇ ਵਿੱਚ ਆ ਸਕਦੇ ਆ, ਤਾਂ ਇਹ ਕਿਸ਼ਤਾਂ ਦੇ ਵਿੱਚ ਜਦੋਂ ਪੈਸੇ ਆਉਣਗੇ ਜਾਂ ਪੈਸੇ ਲੋੜ ਅਨੁਸਾਰ ਨਹੀਂ ਮਿਲਣਗੇ ਤਾਂ ਉਹਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ। ਕਿੰਨੀ ਕੁ ਉਹਨੂੰ ਅਸੁਵਿਧਾ ਹੋਊਗੀ ਓਨਾ ਕੁ ਪੇਮੈਂਟ ਹੈ ਜਿਹੜੀ ਉਹ ਓਨੀ ਕੁ ਪੈਸੇ ਦੀ ਕੀਮਤ ਹੈ ਜਿਹੜੀ ਇੱਥੋਂ ਹੋਰ ਪ੍ਰਾਪਤ ਕਰੂਗਾ, ਇੰਟਰਸਟ ਦੇ ਵਿੱਚ ਇਸ ਨੂੰ ਵੀ ਸ਼ਾਮਿਲ ਕਰੂਗਾ। ਤਾਂ ਇਸ ਤਰ੍ਹਾਂ ਨਾਲ ਇਹ ਹੁੰਦਾ ਹੈ ਗ੍ਰੋਸ ਇੰਟਰਸਟ। ਗ੍ਰੋਸ ਇੰਟਰਸਟ ਦੇ ਵਿੱਚ ਇਹ ਸਾਰੇ ਨੈਟ ਇੰਟਰਸਟ, ਰਿਵਾਰਡ ਫਾਰ ਰਿਸਕ, ਰਿਵਾਰਡ ਫਾਰ ਮੈਨੇਜਮੈਂਟ ਅਤੇ ਰਿਵਾਰਡ ਫਾਰ ਇਨਕਨਵੀਨੀਅੰਸ ਇਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ। ਜਾਂ ਸ਼ੁੱਧ ਵਿਆਜ, ਜੋਖਮ ਦਾ ਪੁਰਸਕਾਰ, ਪ੍ਰਬੰਧ ਦਾ ਪੁਰਸਕਾਰ ਅਤੇ ਅਸੁਵਿਧਾ ਦਾ ਪੁਰਸਕਾਰ, ਇਹਨਾਂ ਸਾਰਿਆਂ ਨੂੰ ਕੁੱਲ ਵਿਆਜ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਤਾਂ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈਗਾ, ਗ੍ਰੋਸ ਇੰਟਰਸਟ ਅਤੇ ਨੈਟ ਇੰਟਰਸਟ ਦੇ ਵਿੱਚ ਤਿੰਨ ਡਿਫਰੈਂਸ ਪਾਏ ਜਾਂਦੇ। ਜਿਵੇਂ ਵਾਈਡ ਐਂਡ ਨੈਰੋ, ਜਿਹੜਾ ਇਹ ਕੁੱਲ ਵਿਆਜ ਹੈ ਜਾਂ ਗ੍ਰੋਸ ਇੰਟਰਸਟ ਹੈ ਇਹਦੀ ਧਾਰਨਾ ਜਿਹੜੀ ਵਾਈਡ ਹੈ, ਵਿਸ਼ਾਲ ਹੈ ਅਤੇ ਵਿਸ਼ਾਲ ਹੈਗੀ ਹੈ। ਇਹਦੇ 'ਚ ਨੈਟ ਇੰਟਰਸਟ ਦੇ ਨਾਲ ਨਾਲ ਹੋਰ ਵੀ ਕਈ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ। ਜਿਹੜਾ ਨੈਟ ਇੰਟਰਸਟ ਹੈ ਇਹ ਇੱਕ ਨੈਰੋ ਧਾਰਨਾ ਹੈ, ਸੰਕੁਚਿਤ ਧਾਰਨਾ ਹੈ। ਇਹਦੇ ਵਿੱਚ ਸਿਰਫ ਮੁਦਰਾ ਦੇ ਪ੍ਰਯੋਗ ਦੇ ਬਦਲੇ ਜਿਹੜੀ ਕੀਮਤ ਪ੍ਰਾਪਤ ਕੀਤੀ ਜਾਂਦੀ ਹੈ ਉਸੇ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ। ਡਿਫਰੈਂਸ ਇਨ ਰੇਟਸ, ਜਿਹੜਾ ਇੰਟਰਸਟ ਰੇਟ ਹੈ ਇਹ ਡਿਫਰੈਂਟ, ਗ੍ਰੋਸ ਇੰਟਰਸਟ ਹੈ ਜਿਹੜਾ ਇਹਦੀਆਂ ਰੇਟਸ ਅਲੱਗ-ਅਲੱਗ ਹੋ ਸਕਦੀਆਂ। ਜੇ ਕਿਸੇ ਵਿਅਕਤੀ ਨੂੰ ਅਸੁਵਿਧਾ ਜ਼ਿਆਦਾ ਹੈ ਤਾਂ ਉਹ ਜ਼ਿਆਦਾ ਇੰਟਰਸਟ ਰੇਟ ਲਊਗਾ, ਜੇ ਅਸੁਵਿਧਾ ਘੱਟ ਹੈ ਤਾਂ ਇੰਟਰਸਟ ਰੇਟ ਘੱਟ ਰੱਖੂਗਾ। ਇਸ ਤਰ੍ਹਾਂ ਨਾਲ ਇਹਨਾਂ ਕੰਪੋਨੈਂਟਸ ਦੇ ਉੱਤੇ ਇਹਦੀ ਇੰਟਰਸਟ ਰੇਟ ਹੈ ਜਿਹੜੀ ਡਿਪੈਂਡ ਕਰਦੀ ਹੈ। ਤਾਂ ਕਰਕੇ ਗ੍ਰੋਸ ਇੰਟਰਸਟ ਦੀਆਂ ਜਿਹੜੀਆਂ ਇੰਟਰਸਟ ਰੇਟਸ ਹੈਗੀਆਂ ਉਹ ਵੱਖਰੀਆਂ ਹੋ ਸਕਦੀਆਂ, ਪਰ ਜਿਹੜਾ ਨੈਟ ਇੰਟਰਸਟ ਹੈ ਉਹ ਇੱਕੋ ਜਿਹਾ ਹੀ ਹੁੰਦਾ। ਉਹਦੀਆਂ ਸਾਰੀ ਇੰਟਰਸਟ ਰੇਟ ਹੈ ਜਿਹੜੀ ਇੱਕੋ ਜਿਹੀ ਹੁੰਦੀ ਹੈ ਕਿਉਂਕਿ ਸਿਰਫ ਉਹਦੇ 'ਚ ਮੁਦਰਾ ਦੀ ਪ੍ਰਯੋਗ ਦੇ ਬਦਲੇ ਪ੍ਰਾਪਤ ਕੀਤੀ ਗਈ ਕੀਮਤ ਹੈ ਜਿਹੜੀ ਉਸੇ ਨੂੰ ਹੀ ਸ਼ਾਮਿਲ ਕੀਤਾ ਜਾਂਦਾ। ਡਿਟਰਮੀਨੇਸ਼ਨ, ਇਹਦਾ ਨਿਰਧਾਰਨ ਕਿਵੇਂ ਹੁੰਦਾ। ਗ੍ਰੋਸ ਇੰਟਰਸਟ ਹੈ ਜਿਹੜਾ ਉਸ ਨੂੰ ਨਿਰਧਾਰਿਤ ਕਰਨ ਵੇਲੇ ਡਿਮਾਂਡ ਅਤੇ ਸਪਲਾਈ ਹੈ ਜਿਹੜੀ ਮਨੀ ਦੀ ਉਹਨੂੰ ਸ਼ਾਮਿਲ ਕੀਤਾ ਜਾਂਦਾ ਅਤੇ ਨਾਲ ਨਾਲ ਜਿਹੜੇ ਬਾਕੀ ਦੇ ਕੰਪੋਨੈਂਟਸ ਹੈਗੇ ਉਹਨਾਂ ਨੂੰ ਵੀ ਜਾਂ ਹੋਰ ਤੱਤ ਹੈ ਜਿਹੜੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ। ਜਿਵੇਂ ਅਸੁਵਿਧਾ ਨੂੰ ਸ਼ਾਮਿਲ ਕੀਤਾ ਜਾਂਦਾ, ਰਿਸਕ ਮੈਨੇਜਮੈਂਟ, ਰਿਸਕ ਨੂੰ ਸ਼ਾਮਿਲ ਕੀਤਾ ਜਾਂਦਾ,
ਇਸ ਤਰ੍ਹਾਂ ਦੀਆਂ ਮੈਨੇਜਮੈਂਟ ਰਿਸਕ ਤੇ ਇਨਕਨਵੀਨੀਅੰਸ ਇਹਨਾਂ ਚੀਜ਼ਾਂ ਦਾ ਪ੍ਰਭਾਵ ਹੈ ਜਿਹੜਾ ਇਹ ਵੀ ਇੰਟਰਸਟ ਰੇਟ ਨੂੰ ਨਿਰਧਾਰਿਤ ਕਰਨ ਵੇਲੇ ਪੈਂਦਾ ਹੈ। ਪਰ ਜਿਹੜਾ ਨੈਟ ਇੰਟਰਸਟ ਹੈਗਾ ਉਹਦੇ 'ਚ ਡਿਮਾਂਡ ਫਾਰ ਮਨੀ ਤੇ ਸਪਲਾਈ ਆਫ ਮਨੀ ਨੂੰ ਹੀ ਧਿਆਨ 'ਚ ਰੱਖਿਆ ਜਾਂਦਾ ਹੈ। ਜਦੋਂ ਮੁਦਰਾ ਦੀ ਮੰਗ ਤੇ ਮੁਦਰਾ ਦੀ ਪੂਰਤੀ ਇੱਕ ਦੂਜੇ ਦੇ ਬਰਾਬਰ ਹੁੰਦੇ ਆ ਤਾਂ ਉੱਥੇ ਨੈਟ ਇੰਟਰਸਟ ਹੈ ਜਿਹੜਾ ਉਹ ਨਿਰਧਾਰਿਤ ਹੋ ਜਾਂਦਾ। ਤਾਂ ਇਸ ਤਰ੍ਹਾਂ ਸੀ ਇਹ ਗ੍ਰੋਸ ਇੰਟਰਸਟ ਤੇ ਨੈਟ ਇੰਟਰਸਟ ਦਾ ਡਿਫਰੈਂਸ। ਇਹਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਲਿਓ। ਥੈਂਕ ਯੂ ਸਟੂਡੈਂਟਸ।